जात पात जिहड़ी भगत रविदास जी की गल करते हैं भी नीच जात दे शूद्र सी, गुरु नानक साहब आए सारा कुछ ही खत्म करता, बखरा राह तैयार किया। महाराज कहते जानो जोत ना पुछो जाति, अगे जात ना है। कहते किहड़ी जात की गल करदा है? इत्थे मान नाल कहना मैं जट आ, मैं छींबा आ, मैं चमार आ, मैं जलाहा है, मैं सैनी आ। बड़ियां जातां सी बनाईयां। महाराज कहते इत्थे ते उच्चा होई जाना है, गां जाके किहड़ी जात लिखाएगा? आखो सतनाम श्री वाहिगुरू। किहड़ी जात लिखाएगा? उत्थे तां मानस की जात सब है, एक है पहचान, इक्को ही है, मानस जात है बस, इक्को ही जात है। कोई है भावें पाटे कपड़े वाला, चाहे कोई ब्रांडेड पाई फिरदा होवे, जात इक्को ही है। भगत रविदास जी नूं कहंदे शूद्र है, नीच जात दा है। भगत रविदास जी नीच जात दे ने, पर साध संगत जदों नाम जपिया ना, ओही जात विच रहिंदे होए, ओही जात विच रहिंदे होए इन्ने कु उच्चे हो गए। साध संगत कुल दा नां, थां दा नां, धरती दा नां भी नाल ही उच्चा कर दिता। आखो सतनाम श्री वाहिगुरू। भगत रविदास जी दा शब्द है, एक बारी सारे सरवण करिए। जेह कुल साध वैसनो होए, जेड़ी कुल विच रब दे प्यारिਆਂ ਦਾ जन्म ਹੁੰਦਾ ना, जिथे कोई रब दे प्यारे भगत जन साधु संत महात्मा कोई जन्म लेंदे है, जह कुल साध वैसनो होए। कहते जेड़ी कुल विचों भगत जमदे। आपां इह शब्द ना सारा ही एक बारी विचार लईए, ऐन पता लग जाना भी रब दे प्यारे, चाहे वह नीच जात होवे, कोई वर्ण होवे ते कोई राजा होवे, भिखारी होवे, जिहदे घर ਉਹ ਰੱਬ ਦਾ ਪਿਆਰਾ ਜਨਮ ਲੈਂਦਾ, ਨਾਮ ਜਪਣ ਵਾਲਾ ਸਾਧੂ ਸੰਤ ਔਲੀਆ ਅਵਤਾਰ ਮਹਾਤਮਾ ਭਗਤ ਜਨ, ਉਹਨੇ ਉਹਦਾ ਨਾਂ ਉੱਚਾ ਕਰਨਾ ਹੀ ਕਰਨਾ ਹੈ। ਕਿਉਂ ਹੁੰਦਾ ਹੈ? ਧੰਨ 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 ਜਨੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ। ਉਹਦਾ ਆਉਣਾ ਧੰਨ, ਰਹਿਣਾ ਧੰਨ, ਜਾਣਾ ਧੰਨ। 3 ਵਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ, 3 ਵਾਰੀ ਧੰਨ। ਤਾਂ ਉਹਦੀ ਜੈ ਜੈਕਾਰ ਹੈ, ਤਾਂ ਉਹ ਕੁੱਲਾਂ ਦਾ ਭਲਾ ਕਰਦਾ ਹੈ, ਉਹ ਕੁੱਲ ਵੀ ਵਡਭਾਗੀ ਹੈ। ਆਓ ਇੱਕ ਵਾਰੀ ਇਹ ਸਾਰਾ ਸ਼ਬਦ ਆਪਾਂ ਸੁਣੀਏ, ਫਿਰ ਉਹ ਰੱਬ ਦੇ ਪਿਆਰੇ ਦਾ ਕੋਈ ਬਰਾਬਰ ਜਿਹੜਾ ਹੱਕ ਹੈ ਬਣਦਾ ਹੈ ਨਾ, ਉਹਦੀ ਬਰਾਬਰ ਤਾਂ ਕੋਈ ਨਹੀਂ ਕਰ ਸਕਦਾ। ਇਹ ਪੂਰਾ ਸ਼ਬਦ ਆਪਾਂ ਇੱਕ ਵਾਰੀ ਵਿਚਾਰ ਲਈਏ। ਭਗਤ ਰਵਿਦਾਸ ਜੀ ਕਹਿੰਦੇ ਤੁਸੀਂ ਜਾਤਾਂ ਦੀ ਕਾਹਦੀ ਗੱਲ ਕਰਦੇ ਹੋ? ਜਿਹਦੇ ਕੋਲ ਚੰਗੇ ਗੁਣ ਹੋਣ, ਚੰਗੀ ਅਕਲ ਹੋਵੇ। ਕੋਈ ਜਾਤ ਕਰਕੇ ਨੀਵਾਂ ਨਹੀਂ ਹੁੰਦਾ, ਕੋਈ ਜਾਤ ਕਰਕੇ ਉੱਚਾ ਨਹੀਂ ਹੁੰਦਾ। ਜਿਹਦੇ ਕੋਲ ਚੰਗੇ ਗੁਣ ਤੇ ਚੰਗੀ ਅਕਲ ਹੋਵੇ ਉਹ ਉੱਚਾ ਹੈ, ਤੇ ਜਿਹਦੇ ਕੋਲ ਨਹੀਂ ਹੈਗੇ ਉਹ ਨੀਵਾਂ ਹੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਹੈ ਨੀਵਾਂ। ਆ ਸਾਰਾ ਸ਼ਬਦ ਆਪਾਂ ਇੱਕ ਵਾਰੀ ਵਿਚਾਰੀਏ, ਭਗਤ ਜੀ ਕੀ ਸਮਝਾਉਂਦੇ ਐ ਸਾਨੂੰ। ਹਾਂਜੀ। ਜੇ ਕੁਲ ਸਾਧ ਵੈਸਨੋ ਹੋਏ, ਬਰਨ ਅਬਰਨ ਰੰਕ ਨਹੀਂ ਸਰ, ਬਿਮਲ ਬਾਸ ਜਾਨੀਐ ਜਗ ਸੋਏ। ਭਗਤ ਜੀ ਕਹਿੰਦੇ ਜਿਹੜੀ ਕੁੱਲ ਦੇ ਵਿੱਚ ਕੋਈ ਰੱਬ ਦੇ ਪਿਆਰੇ ਜਨਮ ਲੈਂਦੇ ਐ, ਇਕਾਗਰਤਾ ਬਣਾ ਕੇ ਰੱਖਿਓ। ਕਿਸੇ ਕਿਸਮ ਦਾ ਕੋਈ ਇੱਧਰ ਉੱਧਰ ਜੇ ਕੋਈ ਗੱਲ ਕਰਨੀ ਵੀ ਹੈ ਤਾਂ ਇਸ਼ਾਰੇ ਨਾਲ ਹੀ ਕਰਿਓ, ਤਾਂ ਕਿ ਆਪਾਂ ਇਹ ਪੂਰਾ ਸ਼ਬਦ ਸਮਝ ਸਕੀਏ। ਕਈ ਕਹਿੰਦੇ ਨੀਚ ਜਾਤ ਹੈ, ਚਮਾਰ ਜਾਤ, ਨੀਚੇ ਸੀ ਉਹ, ਸ਼ੂਦਰ ਸੀ ਉਹ। ਪਰ ਭਗਤ ਜੀ ਦਾ ਬਚਨ ਸਮਝ ਕੇ ਤੇ ਇਦਾਂ ਕਰਦਾ ਹੈ ਕਿ ਸਿਰ ਰੱਖ ਦਈਏ ਚਰਨਾਂ 'ਚ। ਅਸੀਂ ਅੱਜ ਵੀ ਉਦਾਂ ਹੀ ਫਸੇ ਹੋਏ ਆ, ਅੱਜ ਵੀ ਉਲਝੇ ਹੋਏ ਆ। ਭਗਤ ਜੀ ਪਤਾ ਕੀ ਕਹਿੰਦੇ? ਕਹਿੰਦੇ ਜਿਹੜੀ ਕੁੱਲ ਦੇ ਵਿੱਚ ਰੱਬ ਦਾ ਪਿਆਰਾ ਕੋਈ ਜਨਮ ਲੈਂਦਾ ਹੈ, ਉਹ ਕੁੱਲ ਚਾਹੇ ਚੰਗੀ ਹੋਵੇ, ਉਹ ਜਾਤ ਚੰਗੀ ਹੋਵੇ, ਮਾੜੀ ਹੋਵੇ, ਨੀਵੀਂ ਹੋਵੇ, ਉੱਚੀ ਹੋਵੇ, ਉੱਥੇ ਕੰਗਾਲੀ ਹੋਵੇ, ਅਮੀਰੀ ਹੋਵੇ,
ਇਹਦਾ ਤੇ ਜ਼ਿਕਰ ਹੀ ਨਹੀਂ ਛਿੜਦਾ। ਇਹ ਤੇ ਗੱਲ ਮਹੀਨਾ ਹੀ ਨਹੀਂ ਰੱਖਦੀ। ਬਸ ਇਹ ਗੱਲ ਪੱਕੀ ਹੈ ਕਿ ਉਹ ਜਾਤ ਦਾ, ਉਹ ਵਰਨ ਦਾ ਨਾਮ ਮਸ਼ਹੂਰ ਹੋ ਜਾਂਦਾ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਾਮ ਮਸ਼ਹੂਰ ਹੋ ਜਾਂਦਾ ਹੈ। ਹਾਂਜੀ। ब्राह्मण बैस सूद हर खतरी, डोम चंडार मलेश मन सोए, होए पुनीत भगवंत भजन ते, आप तार तारे कुल दोए। ਚਾਹੇ ਕੋਈ ਬ੍ਰਾਹਮਣ ਹੋਵੇ, ਚਾਹੇ ਸ਼ੂਦਰ ਹੋਵੇ, ਚਾਹੇ ਖੱਤਰੀ ਹੋਵੇ, ਕੋਈ ਵੀ ਹੋਵੇ। ਭਗਤ ਜੀ ਨੇ ਤੇ ਇੱਥੇ ਤੱਕ ਵੀ ਲਿਖ ਦਿੱਤਾ, ਕਹਿੰਦੇ ਚਾਹੇ ਕੋਈ ਚੰਡਾਲ ਵੀ ਕਿਉਂ ਨਾ ਹੋਵੇ। ਮਲੇਸ਼ ਭਾਵ ਮਲੀਨ ਮਨ ਵਾਲਾ ਵੀ ਕੋਈ ਹੋਵੇ, ਜੇ ਕਿਤੇ ਉਹਦੇ ਘਰ ਵੀ ਕੋਈ ਇਹੋ ਜਿਹਾ ਪੁੱਤਰ ਜਨਮ ਲੈ ਲੇ ਨਾ, ਇਹੋ ਜਿਹੇ ਭਗਤ ਜਨ, ਕਹਿੰਦੇ ਫਿਰ ਹੋਏ ਪੁਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਏ। ਕਹਿੰਦੇ ਪ੍ਰਮਾਤਮਾ ਦੇ ਭਜਨ ਨਾਲ ਉਹ ਪਵਿੱਤਰ ਹੋ ਜਾਂਦੇ ਐ। ਇੱਥੇ ਹੀ ਬਸ ਨਹੀਂ ਵੀ ਪਵਿੱਤਰ ਹੋ ਜਾਣ, ਕਹਿੰਦੇ ਆਪ ਤਾਰ, ਆਪਣਾ ਆਪਾ ਤੇ ਤਾਰ ਕੇ ਜਾਣਾ ਹੀ ਹੈ। ਤਾਰੇ ਕੁਲ ਦੋਏ, ਕਹਿੰਦੇ ਦੋ ਕੁੱਲਾਂ ਵੀ ਤਾਰ ਜਾਂਦੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਦੋ ਕੁੱਲਾਂ ਤਾਰ ਜਾਂਦੇ ਹੈ। ਵੇਖੋ ਕਿੱਡਾ ਵੱਡਾ ਗਿਆਨ। ਅਸੀਂ ਕਹੀ ਜਾਂਦੇ ਹਾਂ ਨੀਵੀਂ ਜਾਤ ਦਾ। ਜੇ ਚੰਗਾ ਗੁਣ ਹੈ ਨਾ ਤੇਰੇ ਅੰਦਰ, ਤਾਂ ਉਹ ਉੱਚਾ ਹੋ ਕੇ ਵੀ ਕੋਈ ਉਹਦੀ ਬਰਾਬਰਤਾ ਨਹੀਂ ਕਰ ਸਕਦਾ। ਸੁਣਿਓ ਅੱਗੇ, ਆਓ ਜੀ। ਤਨ ਸੋ ਗਾਓ ਤਨ ਸੋ ਠਾਓ, ਤਨ ਪੁਨੀਤ ਕੁਟੰਬ ਸਭ ਲੋਏ, ਜਿਨ ਪਿਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਰੇ ਬਿਖ ਖੋਏ। ਧੰਨ ਸੋ ਗਾਓ। ਗਾਓ ਭਾਵ ਆਪਾਂ ਆਮ ਜੇ ਹਿੰਦੀ 'ਚ ਵੇਖੀਏ ਨਾ, ਗਾਓ ਪਿੰਡ, ਕਹਿੰਦੇ ਉਹ ਪਿੰਡ ਭਾਗਾਂ ਵਾਲਾ ਹੈ। ਧੰਨ ਸੋ ਠਾਓ, ਉਹ ਥਾਂ ਭਾਗਾਂ ਵਾਲੀ ਹੈ ਜਿੱਥੇ ਉਹ ਰੱਬ ਦੇ ਪਿਆਰੇ ਆਉਂਦੇ ਐ। ਉਹ ਕੁੱਲ ਭਾਗਾਂ ਵਾਲੀ ਹੈ। ਕਿਵੇਂ? ਕਹਿੰਦੇ ਜਿਨ ਪੀਆ ਸਾਰ ਰਸ, ਜਿਨ੍ਹਾਂ ਨੇ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਰਸ ਪੀਤਾ ਹੈ। ਤਜੇ ਅਨਰਸ, ਹੋਰ ਜਿਹੜੇ ਰਸ ਨੇ, ਵਿਕਾਰ ਨੇ, ਉਹਨਾਂ ਨੂੰ ਛੱਡ ਦਿੱਤਾ ਹੈ। ਇਹ ਜ਼ਹਿਰ ਤੋਂ ਮੁਕਤ ਹੋ ਗਏ। ਤੇ ਸਾਰ ਸੰਗਤ ਉਹ ਰੱਬ ਦੇ ਪਿਆਰੇ, ਉਹ ਥਾਂ, ਉਹ ਪਿੰਡ, ਉਹ ਕੁੱਲ ਨੂੰ ਭਾਗਾਂ ਵਾਲੀ ਬਣਾ ਦਿੰਦੇ ਆ, ਜਿਨ੍ਹਾਂ ਨੇ ਪ੍ਰਮਾਤਮਾ ਦਾ ਅੰਮ੍ਰਿਤ ਰਸ ਪੀਤਾ ਹੈ। ਹੋਰ ਰਸ ਤੇ ਸਾਰੇ ਹੀ ਵਿਸਰ ਗਏ। ਇੱਕ ਨਾਮ ਰਸ ਜਿਹੜਾ ਹੈ ਉਹ ਪੀਤਾ ਹੋਵੇ, ਉਹ ਕੁੱਲ ਭਾਗਾਂ ਵਾਲੀ, ਉਹ ਪਿੰਡ ਭਾਗਾਂ ਵਾਲਾ, ਉਹ ਥਾਂ ਭਾਗਾਂ ਵਾਲੀ ਹੈ। ਹਾਂਜੀ। पंडित सूर छतरपत राजा, भगत बराबर और न कोई, जैसे पुरेन पात रहे जल समीप, पन रविदास जन में जग होए। ਕਹਿੰਦੇ ਪੰਡਤ ਕੋਈ ਭਾਰਾ, ਕੋਈ ਵੱਡਾ ਵਿਦਵਾਨ ਹੋਵੇ। ਸੂਰ ਕਹਿੰਦੇ ਸੂਰਮੇ ਨੂੰ, ਕਹਿੰਦੇ ਕੋਈ ਬਹੁਤ ਵੱਡਾ ਸੂਰਮਾ ਹੋਵੇ। ਚਾਹੇ ਕੋਈ ਛਤਰਪਤੀ ਰਾਜਾ ਹੋਵੇ, ਸਿਰ ਤੇ ਛਤਰ ਵੀ ਝੁੱਲਦਾ ਹੋਵੇ, ਸਿੰਘਾਸਣ ਤੇ ਬੈਠਾ ਉੱਚੇ ਤਖਤੇ ਦੇ ਉੱਤੇ, ਪਰ ਭਗਤ ਜੀ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ। ਕਿੱਡਾ ਹੀ ਵੱਡਾ ਸੂਰਮਾ ਹੋਵੇ, ਕਿੱਡਾ ਹੀ ਵੱਡਾ ਰਾਜਾ ਹੋਵੇ, ਕਿੱਡਾ ਹੀ ਵੱਡਾ ਕੋਈ ਵਿਦਵਾਨ ਹੋਵੇ, ਪਰ ਰੱਬ ਦੇ ਪਿਆਰਿਆਂ ਦੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ। ਕਿਉਂ? ਭਗਤ ਰਵਿਦਾਸ ਜੀ ਆਖਦੇ, ਕਹਿੰਦੇ ਭਗਤਾਂ ਦਾ ਜੰਮਣਾ ਮੁਬਾਰਕ ਹੈ।
जैसे पुरैन जात जैसे पुरैन पात रहे जल समीप भन रविदास जन्मे जग होए। कहंदे उन्हां दा आउणा इस धरती ते मुबारक है। क्यों साध संगत? क्योंकि वो रब दी रजा तो बिना ਉਹਦੇ ਪ੍ਰੇਮ ਤੋਂ ਬਿਨਾ ਜੀ ਨਹੀਂ ਸਕਦੇ, ਉਹਦੇ ਪਿਆਰ ਤੋਂ ਬਿਨਾ ਜੀ ਨਹੀਂ ਸਕਦੇ। ਤੇ ਜਿਨ੍ਹਾਂ ਨੂੰ ਪਿਆਰ ਪੈ ਜਾਂਦਾ ਹੈ ਨਾ, ਆਪਾਂ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਜਿਨ੍ਹਾਂ ਨੂੰ ਪਿਆਰ ਪੈ ਜਾਂਦਾ ਹੈ ਫਿਰ ਉਹ ਕੁੱਲ ਭਾਗਾਂ ਵਾਲੀ ਕਿਉਂ ਨਾ ਹੋਵੇ, ਉਹ ਥਾਂ ਭਾਗਾਂ ਵਾਲੀ ਕਿਉਂ ਨਾ ਹੋਵੇ, ਕਿਉਂਕਿ ਉਹਨਾਂ ਨੇ ਪਿਆਰ ਹੀ ਇੰਨਾ ਖੁਦਾ ਨਾਲ ਕੀਤਾ ਹੁੰਦਾ ਹੈ, ਉਹਨਾਂ ਨੇ ਪਿਆਰ ਹੀ ਪ੍ਰਮਾਤਮਾ ਨਾਲ ਇੰਨਾ ਕੀਤਾ ਹੁੰਦਾ ਹੈ। ਸਾਚ ਕਹੋ ਸਾਚ ਕਹੋ ਸੁਣ ਲੈ ਹੋ ਸਬੈ, ਸਾਚ ਕਹੋ ਸੁਣ ਲੈ ਹੋ ਸਬੈ, साच कहो सुन ले हो सबे, साच कहो सुन ले हो सबे। पढ़ो साच कहो सुन ले हो सबे, साच कहो सुन ले हो सबे। साच कहो सुन ले हो सबे, साच कहो सुन ले हो सबे, साच कहो